ਤੇ ਇਸ ਵੀਡੀਓ ਵਿੱਚ ਅਸੀਂ ਸਮਾਂਤਰ ਚਤੁਰਭੁਜ ਦੇ ਗੁਣਾਂ ਬਾਰੇ ਵਿਸਥਾਰ ਸਹਿਤ ਚਰਚਾ ਕਰਾਂਗੇ। ਤੇ ਇਸ ਵੀਡੀਓ ਨੂੰ ਸਮਝਣ ਤੋਂ ਬਾਅਦ ਤੁਸੀਂ ਜਿਹੜੇ ਅਭਿਆਸ 3.3 ਦੇ ਵਿੱਚ ਖਾਸ ਤੌਰ ਤੇ ਸਮਾਂਤਰ ਚਤੁਰਭੁਜਾਂ ਦੇ ਨਾਲ ਸੰਬੰਧਿਤ ਪ੍ਰਸ਼ਨ ਤੁਹਾਨੂੰ ਦਿੱਤੇ ਹੋਏ ਹਨ, ਉਹਨਾਂ ਨੂੰ ਤੁਸੀਂ ਬੜੀ ਆਸਾਨੀ ਨਾਲ ਸਮਝ ਸਕੋਗੇ। ਤਾਂ ਫਿਰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਇੱਕ ਸਮਾਂਤਰ ਚਤੁਰਭੁਜ ਲੈਂਦੇ ਹਾਂ। ਇਸ ਸਮਾਂਤਰ ਚਤੁਰਭੁਜ ਦਾ ਮੈਂ ਨਾਮ ਰੱਖ ਦਿੱਤਾ ਹੈ A, B, C ਅਤੇ D। ਹੁਣ ਇਸ ਸਮਾਂਤਰ ਚਤੁਰਭੁਜ ਦੇ ਸਭ ਤੋਂ ਪਹਿਲਾਂ ਅਸੀਂ ਵੱਖ-ਵੱਖ ਭਾਗਾਂ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਹਾਂ। ਦੇਖੋ ਇੱਥੇ ਬਲੂ ਕਲਰ ਦੇ ਨਾਲ ਤੁਹਾਨੂੰ ਇੱਕ ਭੁਜਾ ਦਿਖਾਈ ਜਾ ਰਹੀ ਹੈ। ਇਹ ਸਮਾਂਤਰ ਚਤੁਰਭੁਜ ਦੀ ਭੁਜਾ AB ਕਹਾਉਂਦੀ ਹੈ, ਮਤਲਬ ਇਹ ਸਮਾਂਤਰ ਚਤੁਰਭੁਜ ਦੀ ਇੱਕ ਭੁਜਾ ਹੈ। ਹੁਣ ਬਲੈਕ ਕਲਰ ਦੇ ਨਾਲ ਤੁਹਾਨੂੰ ਇੱਕ ਭੁਜਾ ਦਿਖਾਈ ਜਾ ਰਹੀ ਹੈ, ਇਹ ਸਮਾਂਤਰ ਚਤੁਰਭੁਜ ਦੀ ਭੁਜਾ BC ਹੈ। ਫਿਰ ਬਲੂ ਕਲਰ ਦੇ ਨਾਲ ਇੱਕ ਸਮਾਂਤਰ ਚਤੁਰਭੁਜ ਦੀ ਭੁਜਾ CD ਹੈ ਅਤੇ ਫਿਰ ਬਲੈਕ ਕਲਰ ਦੇ ਨਾਲ ਇੱਕ ਸਮਾਂਤਰ ਚਤੁਰਭੁਜ ਦੀ ਚੌਥੀ ਭੁਜਾ ਜਿਹੜੀ ਹੈ ਉਹ DA ਜਾਂ AD ਹੈ। ਤਾਂ ਇੱਥੋਂ ਅਸੀਂ ਇਹ ਸਿੱਖਿਆ ਕਿ ਅਸੀਂ ਸਮਾਂਤਰ ਚਤੁਰਭੁਜ ਦੀਆਂ ਜਦੋਂ ਭੁਜਾਵਾਂ ਦੇ ਨਾਮ ਲਿਖਣੇ ਹਨ ਤਾਂ ਇਸ ਦੇ ਦੋ ਸਿਖਰਾਂ ਦੇ ਅੰਤ ਬਿੰਦੂਆਂ ਨੂੰ ਲੈ ਕੇ ਅਸੀਂ ਨਾਮ ਲਿਖਣੇ ਹਨ। ਜੇ ਅਸੀਂ ਇਸ ਬਲੂ ਭੁਜਾ ਦੀ ਗੱਲ ਕਰੀਏ ਤਾਂ ਇਸ ਬਲੂ ਵਾਲੀ ਭੁਜਾ ਦਾ ਨਾਮ ਹੋਏਗਾ ਭੁਜਾ AB, ਤੇ ਇਸ ਵਾਲੀ ਭੁਜਾ ਦਾ ਨਾਮ ਹੋਏਗਾ ਭੁਜਾ BC, ਤੇ ਇਸ ਵਾਲੀ ਭੁਜਾ ਦਾ ਨਾਮ ਹੋਏਗਾ ਭੁਜਾ CD, ਤੇ ਇਸ ਵਾਲੀ ਭੁਜਾ ਦਾ ਨਾਮ ਹੋਏਗਾ ਭੁਜਾ AD ਜਾਂ ਭੁਜਾ DA। ਆਓ ਭੁਜਾਵਾਂ ਤੋਂ ਬਾਅਦ ਅੱਗੇ ਦੇਖ ਲੈਂਦੇ ਹਾਂ। ਭੁਜਾਵਾਂ ਤੋਂ ਬਾਅਦ ਅਸੀਂ ਗੱਲ ਕਰਾਂਗੇ ਸਮਾਂਤਰ ਚਤੁਰਭੁਜ ਦੇ ਕੋਣਾਂ ਦੀ। ਤਾਂ ਦੇਖੋ ਇੱਥੇ ਮੈਂ ਕੋਣ A, ਸਿਖਰ A ਦੇ ਉੱਤੇ ਜਿਹੜਾ ਬਣਿਆ ਹੈ ਉਹ ਦਰਸਾਇਆ ਹੋਇਆ ਹੈ। ਇਸ ਨੂੰ ਅਸੀਂ ਸੰਕੇਤਕ ਰੂਪ ਵਿੱਚ ਇਸ ਤਰ੍ਹਾਂ ਲਿਖਦੇ ਹਾਂ, ਕੋਣ ਦਾ ਨਿਸ਼ਾਨ ਬਣਾ ਕੇ ਉਸ ਤੋਂ ਬਾਅਦ ਸਿਖਰ ਦਾ ਨਾਮ। ਅਸੀਂ ਕੋਣ ਨੂੰ 3 ਅੱਖਰਾਂ ਨਾਲ ਵੀ ਲਿਖ ਸਕਦੇ ਹਾਂ, ਪਰ ਛੋਟੇ ਰੂਪ ਦੇ ਵਿੱਚ ਅਸੀਂ ਜੇ ਇੱਕੋ ਹੀ ਕੋਣ ਕਿਸੇ ਬਿੰਦੂ ਤੇ ਬਣਿਆ ਹੈ ਤਾਂ ਉਸ ਨੂੰ ਇੱਕ ਅੱਖਰ ਨਾਲ ਵੀ ਦਰਸਾ ਸਕਦੇ ਹਾਂ। ਤਾਂ ਇੱਥੇ ਅਸੀਂ ਸਿਖਰ A ਦੇ ਉੱਤੇ ਜਿਹੜਾ ਕੋਣ ਬਣਿਆ ਹੈ ਇਸ ਨੂੰ ਅਸੀਂ ਕਹਾਂਗੇ ਕਿ ਇਹ ਸਮਾਂਤਰ ਚਤੁਰਭੁਜ ਦਾ ਕੋਣ A ਹੈ, ਤੇ ਅਸੀਂ ਇਸ ਨੂੰ ਇਸ ਤਰ੍ਹਾਂ ਸੰਕੇਤ ਰੂਪ ਵਿੱਚ ਲਿਖਾਂਗੇ। ਇਸੇ ਤਰ੍ਹਾਂ ਹੀ ਜੇ ਅਸੀਂ ਕੋਣ B ਦੀ ਗੱਲ ਕਰੀਏ ਤਾਂ ਇਹ ਸਿਖਰ B ਦੇ ਉੱਤੇ ਬਣਿਆ ਹੋਇਆ ਹੈ, ਤੇ ਇਸ ਨੂੰ ਅਸੀਂ ਕੋਣ ਦਾ ਸੰਕੇਤ ਬਣਾ ਕੇ ਤੇ ਉਸ ਦੇ ਨਾਲ ਅੱਖਰ B ਲਿਖਾਂਗੇ। ਇਸੇ ਤਰ੍ਹਾਂ ਹੀ ਕੋਣ C ਅਤੇ ਕੋਣ D ਇਹ ਜਿਹੜੇ ਹਨ ਇਹ ਇਸ ਸਮਾਂਤਰ ਚਤੁਰਭੁਜ ਦੇ ਕੋਣ ਹਨ। ਤਾਂ ਇਸ ਪ੍ਰਕਾਰ ਅਸੀਂ ਦੇਖ ਲਿਆ ਕਿ ਸਮਾਂਤਰ ਚਤੁਰਭੁਜ ਦੀਆਂ ਅਸੀਂ ਭੁਜਾਵਾਂ ਦੇ ਨਾਮ ਕਿਸ ਤਰ੍ਹਾਂ ਲਿਖਣੇ ਹਨ ਤੇ ਸਮਾਂਤਰ ਚਤੁਰਭੁਜਾਂ ਦੇ ਕੋਣਾਂ ਦੇ ਨਾਮ ਕਿਸ ਤਰ੍ਹਾਂ ਲਿਖਣੇ ਹਨ। ਹੁਣ ਸਮਾਂਤਰ ਚਤੁਰਭੁਜ ਦੇ ਭੁਜਾਵਾਂ ਅਤੇ ਕੋਣਾਂ ਨੂੰ ਸਮਝਣ ਤੋਂ ਬਾਅਦ ਇਸ ਸਮਾਂਤਰ ਚਤੁਰਭੁਜ ਦੇ ਅਸੀਂ ਵਿਕਰਣਾਂ ਦੀ ਗੱਲ ਕਰਾਂਗੇ। ਤਾਂ ਦੇਖੋ ਜਦੋਂ ਅਸੀਂ ਸਨਮੁਖ ਸਿਖਰਾਂ ਨੂੰ ਮਿਲਾਉਂਦੇ ਹਾਂ, ਜਦੋਂ ਅਸੀਂ ਸਿਖਰ A ਨੂੰ ਸਿਖਰ C ਦੇ ਨਾਲ ਮਿਲਾਇਆ ਤਾਂ ਇਸ ਪ੍ਰਕਾਰ ਸਾਨੂੰ ਇੱਕ ਵਿਕਰਣ ਮਿਲਿਆ। ਤਾਂ ਇਸ ਨੂੰ ਅਸੀਂ ਕਹਾਂਗੇ ਕਿ ਇਹ ਸਮਾਂਤਰ ਚਤੁਰਭੁਜ ਦਾ ਇੱਕ ਵਿਕਰਣ AC ਹੈ। ਤੇ ਇਸੇ ਤਰ੍ਹਾਂ ਹੀ ਜੇ ਅਸੀਂ ਸਿਖਰ B ਅਤੇ D ਨੂੰ ਮਿਲਾ ਦਈਏ ਤਾਂ ਇਹ ਸਮਾਂਤਰ ਚਤੁਰਭੁਜ ਦਾ ਦੂਜਾ ਵਿਕਰਣ ਹੋਏਗਾ। ਤੇ ਇਸ ਪ੍ਰਕਾਰ ਸਮਾਂਤਰ ਚਤੁਰਭੁਜ ਦੇ ਵਿੱਚ ਕਿੰਨੇ ਵਿਕਰਣ ਹੋ ਗਏ? 2 ਵਿਕਰਣ ਹੋ ਗਏ। ਤੇ ਹੁਣ ਅਸੀਂ ਸਮਾਂਤਰ ਚਤੁਰਭੁਜ ਦੇ ਭੁਜਾਵਾਂ, ਕੋਣਾਂ ਅਤੇ ਵਿਕਰਣਾਂ ਦੇ ਵੱਖ-ਵੱਖ ਗੁਣਾਂ ਬਾਰੇ ਹੋਰ ਵਿਸਥਾਰ ਨਾਲ ਸਮਝਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸਮਾਂਤਰ ਚਤੁਰਭੁਜ ਦੀਆਂ ਭੁਜਾਵਾਂ ਬਾਰੇ। ਸਮਾਂਤਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਦੀ ਲੰਬਾਈ ਸਮਾਨ ਹੁੰਦੀ ਹੈ। ਹੁਣ ਸਮਾਂਤਰ ਚਤੁਰਭੁਜ ਤੁਹਾਡੇ ਸਾਹਮਣੇ ਇੱਥੇ ਦਿਖਾਇਆ ਹੈ, ਇਸ ਦਾ ਨਾਮ ਮੈਂ ਲਿਖਿਆ ਹੈ ABCD, ਤੇ ਇੱਥੇ ਲਿਖਿਆ ਹੈ ਸਨਮੁਖ ਭੁਜਾਵਾਂ। ਸਨਮੁਖ ਭੁਜਾਵਾਂ ਦਾ ਮਤਲਬ ਹੁੰਦਾ ਹੈ ਆਮਣੇ ਸਾਹਮਣੇ ਦੀਆਂ ਭੁਜਾਵਾਂ। ਤਾਂ ਇੱਥੇ ਸਮਾਂਤਰ ਚਤੁਰਭੁਜ ਦੀ ਇੱਕ ਭੁਜਾ ਹੈ AB ਤੇ ਇਹਦੇ ਸਾਹਮਣੇ ਦੀ ਭੁਜਾ ਹੈ CD। ਦੇਖੋ ਇੱਥੇ ਮੈਂ ਬਲੂ ਕਲਰ ਦੇ ਨਾਲ 2 ਭੁਜਾਵਾਂ ਦਿਖਾਈਆਂ ਹਨ। ਤਾਂ ਭੁਜਾ AB ਤੇ ਭੁਜਾ CD ਇਹ ਸਨਮੁਖ ਹਨ। ਤੇ ਸਾਨੂੰ ਸਮਾਂਤਰ ਚਤੁਰਭੁਜ ਦੀਆਂ ਭੁਜਾਵਾਂ ਬਾਰੇ ਕਿਹੜਾ ਗੁਣ ਪਤਾ ਲੱਗਿਆ ਕਿ ਸਮਾਂਤਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਦੀ ਲੰਬਾਈ ਸਮਾਨ ਹੁੰਦੀ ਹੈ। ਇਸ ਨੂੰ ਅਸੀਂ ਪ੍ਰੈਕਟੀਕਲ ਨਾਲ ਵੀ ਦੇਖ ਸਕਦੇ ਹਾਂ। ਦੇਖੋ ਅਸੀਂ ਇੱਥੇ ਸਮਾਂਤਰ ਚਤੁਰਭੁਜ ਦੀ ਭੁਜਾ AB ਲਈ ਹੈ, ਇਸ ਦੀ ਅਸੀਂ ਲੰਬਾਈ ਲੈ ਲੈਂਦੇ ਹਾਂ। ਤੇ ਇਸੇ ਤਰ੍ਹਾਂ ਹੀ ਅਸੀਂ ਸਮਾਂਤਰ ਚਤੁਰਭੁਜ ਦੀ ਭੁਜਾ CD ਦੀ ਲੰਬਾਈ ਨੂੰ ਆਪਸ ਦੇ ਵਿੱਚ ਤੁਲਨਾ ਕਰਕੇ ਦੇਖਦੇ ਹਾਂ। ਦੇਖੋ ਦੋਵੇਂ ਰੇਖਾਖੰਡ ਇੱਕ ਦੂਜੇ ਨੂੰ ਪੂਰਾ ਢੱਕ ਲੈਂਦੇ ਹਨ। ਇਸ ਦਾ ਮਤਲਬ ਕੀ ਹੋਇਆ ਕਿ ਦੋਵੇਂ ਰੇਖਾਖੰਡਾਂ ਦੀ ਲੰਬਾਈ ਬਿਲਕੁਲ ਬਰਾਬਰ ਹੈ। ਤਾਂ ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਸਮਾਂਤਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਦੀ ਲੰਬਾਈ ਸਮਾਨ ਹੁੰਦੀ ਹੈ। ਹੁਣ ਇੱਥੇ ਸਨਮੁਖ ਭੁਜਾਵਾਂ BC ਅਤੇ AD ਵੀ ਹਨ। ਇਹਨਾਂ ਨੂੰ ਵੀ ਚੈੱਕ ਕਰਦੇ ਹਾਂ ਕਿ ਇਹਨਾਂ ਦੀ ਲੰਬਾਈ ਬਰਾਬਰ ਹੁੰਦੀ ਹੈ ਜਾਂ ਨਹੀਂ ਹੁੰਦੀ। ਤਾਂ ਅਸੀਂ ਭੁਜਾ AD ਲੈਂਦੇ ਹਾਂ ਤੇ ਭੁਜਾ BC ਲੈਂਦੇ ਹਾਂ। ਇਹਨਾਂ ਦੋਵਾਂ ਨੂੰ ਇੱਕ ਦੂਜੇ ਦੇ ਨਾਲ ਮਿਲਾ ਕੇ ਦੇਖਦੇ ਹਾਂ। ਤੁਸੀਂ ਦੇਖੋ ਇਹ ਦੋਵੇਂ ਰੇਖਾਖੰਡ ਵੀ ਇੱਕ ਦੂਜੇ ਨੂੰ ਪੂਰਾ ਢੱਕ ਲੈਂਦੇ ਹਨ। ਤਾਂ ਇੱਥੋਂ ਅਸੀਂ ਸਿੱਟਾ ਕੱਢਿਆ
कि समांतर चतुर्भुज की भुजा AD ਅਤੇ भुजा BC ਇਹ ਵੀ बराबर है तो सन्मुख भुजावां भी हैं। तो इस प्रकार सानू ये पता लग गया कि समांतर चतुर्भुज के विच जिहड़ियां सन्मुख भुजावां दे जोड़े हुंदे हन उन्हां दी लंबाई बराबर हुंदी है। तो असीं लिखांगे भुजा AB बराबर भुजा CD। क्यों बराबर ने? क्योंकि यह समांतर चतुर्भुज दीआं सन्मुख भुजावां ने। तो इस तरह ही असी भुजा AD और BC बारे की पता किया सी, ये दोवें भी बराबर हैं। भुजा AD ये बराबर होएगी भुजा BC दे। क्यों बराबर ने? क्योंकि यह समांतर चतुर्भुज दीआं सन्मुख भुजावां ने। हुण असी गल करांगे समांतर चतुर्भुज दे सन्मुख कोणां बारे। तो फिर देख लैंदे आ। समांतर चतुर्भुज के सन्मुख कोण बराबर होंदे हन। हुण देखो असीं कोण ए देखिया सी ते इहदे सामने जिहड़ा कोण है देखो बिल्कुल सामने ये साडे कोले कोण C आउंदा है। ते सानू समांतर चतुर्भुज का गुण दसदा है कि इस दे सन्मुख कोण बराबर होणगे। भाव कि जे कोण ए दा मुल 70 डिग्री है तो कोण C दा मुल भी 70 डिग्री होएगा। जे कोण ए दा मुल 50 डिग्री है तो कोण C दा मुल भी 50 डिग्री होएगा। तो इस तरह ही जे कोण B 100 डिग्री है तो कोण D 100 डिग्री होएगा। जे कोण B 120 डिग्री है तो कोण D भी 120 डिग्री होएगा। आओ इसनू प्रैक्टिकल नाल भी समझ के देखते हैं। सब तो पहला असी कोण A लैने आ। देखो कोण A दे बराबर मैं कोण कट के ले लिया। इस तो बाद असी कोण C ले लिया। हुण असी इन्हां दोवें कोणां दे शिखर नू मिला के इस तरह एक दूजे दे उपर रख के देखते हैं। तो देखो ये दोवें कोण एक दूजे नू पूरा पूरा ढक लैंदे हन। इसदा मतलब की होया कि कोण A अते कोण C दोवें बराबर हैं। तो इसनू असीं संकेत रूप में लिखांगे कोण A बराबर है कोण C दे। इस तरह ही कोण B अते D ये भी सन्मुख कोण हैं। इन्हां नू भी चैक करदे हां। असीं कोण B दे बराबर कोण कट के ले लैंदे हां इस तरह। तो कोण D दे बराबर कोण कटांगे तो इसनू भी इस तरह लवांगे तो घुमा के दोवें कोणां दे शिखर नू मिलाउंदे होए एक दूजे दे उपर रखांगे। तुसीं देखो कि इत्थे ये दोवें कोण भी एक दूजे नू पूरा पूरा ढक लैंदे हन। तां असीं लिखांगे कि कोण B बराबर है कोण D दे। ते ये दोवें की ने? सन्मुख कोण ने। क्लीयर हो गया? चलो अगे चलते हैं। हुण असीं गल करांगे समांतर चतुर्भुज दे लागवें कोणां दी। पहलां असीं गल कीती सी समांतर चतुर्भुज दे सन्मुख कोणां दी ते हुण असीं गल करांगे इन्हां दे लागवें कोणां दी। समांतर चतुर्भुज दे लागवें कोणां दा जोड़ 180 डिग्री हुंदा है। हुण इत्थे समांतर चतुर्भुज दे विच मैं A B C D चारे कोण दर्शाए हुए हैं। तो सब तो पहला असीं ये पछाणांगे कि लागवें कोण किहड़े हुंदे हन। जिहड़े कोण सन्मुख नहीं हुंदे वो लागवें हुंदे हन। हुण A दे सामने दा कोण है कोण C। तो कोण C नू छड्ड के कोण A लई कोण B लागवा कोण होएगा ते A लई कोण D भी लागवा कोण ही होवेगा। तो असीं याद की रखना है कि लागवें कोणां दा जोड़ 180 डिग्री हुंदा है। भाव कि जे कोण A साडे कोले 70 डिग्री है तो कोण B की कीमत साडे कोले 180 दे विचों 70 नू घटा के 110 डिग्री आएगी। मतलब कि कोण A ते कोण B दोनों नू जोड़ के साडे कोले 180 डिग्री आएगा। इस तरह ही कोण A ते D भी लागवें कोण हैं। इन्हां दोवां नू जोड़ के भी साडे कोल 180 डिग्री आएगा। जे A 70 डिग्री है तो कोण D भी 110 डिग्री होएगा। आओ इसनू चंगी तरह समझते हैं। कोण A अते कोण B लागवें कोण हैं। मैं इन्हां दोवें कोणां दे बराबर कोण कढ लए हैं अते हुण इन्हां दोवां कोणां दे शिखरां नू मिला के अते एक भुजा नू संपाती करके मैं जदों मिला के रखदा हाँ तो मैं की देखदा हाँ कि मेरे कोले कुल कोण 180 डिग्री का प्राप्त हो गया। तो इसका मतलब की होया कि कोण A ते कोण B दोवां दा जोड़ 180 डिग्री होएगा अते ये दोवें लागवें कोण हैं। इस तरह ही कोण A ते कोण D ये दोवें भी लागवें कोण हैं। जे मैं इन्हां दे बराबर कोण लवां तो उन्होंने जोड़ के देखा तो उन्होंने जोड़ भी 180 डिग्री आएगा। तो इस तरह ही कोण D अते कोण C ये दोवें भी लागवें कोण हैं। तो जे मैं इन्हां दोवां नू जोड़ा तो इन्हां दा जोड़ भी 180 डिग्री आएगा। तो इस तरह ही कोण B अते कोण C ये दोवें भी लागवें कोण हैं। तो इन्हां दा जोड़ भी 180 डिग्री होएगा।
ਤਾਂ ਹੁਣ ਅਸੀਂ ਸਮਝ ਲਿਆ ਕਿ ਸਮਾਂਤਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਹਨ, ਸਨਮੁਖ ਕੋਣ ਬਰਾਬਰ ਹੁੰਦੇ ਹਨ, ਤੇ ਜਿਹੜੇ ਲਾਗਵੇਂ ਕੋਣ ਹਨ ਉਹ ਬਰਾਬਰ ਨਹੀਂ ਹੁੰਦੇ, ਉਹਨਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਮਤਲਬ ਲਾਗਵੇਂ ਕੋਣਾਂ ਦਾ ਜੋੜ 180 ਡਿਗਰੀ, ਉਹ ਅਸੀਂ ਪ੍ਰੈਕਟੀਕਲ ਕਰਕੇ ਵੀ ਇੱਥੇ ਦੇਖ ਲਿਆ। ਆਓ ਹੁਣ ਅੱਗੇ ਚੱਲਦੇ ਹਾਂ। ਹੁਣ ਅਸੀਂ ਗੱਲ ਕਰਾਂਗੇ ਸਮਾਂਤਰ ਚਤੁਰਭੁਜ ਦੇ ਵਿਕਰਨ ਬਾਰੇ। ਸਾਨੂੰ ਇਹ ਦੱਸਿਆ ਗਿਆ ਹੈ ਸਮਾਂਤਰ ਚਤੁਰਭੁਜ ਦੇ ਵਿਕਰਣਾਂ ਦੀ ਲੰਬਾਈ ਸਮਾਨ ਨਹੀਂ ਹੁੰਦੀ। ਹੁਣ ਅਸੀਂ ਪਹਿਲਾਂ ਸਿੱਖਿਆ ਸੀ ਕਿ ਵਿਕਰਨ ਕਿਹੜੇ ਹੁੰਦੇ ਹਨ। ਇੱਕ ਤਾਂ ਸਾਡੇ ਕੋਲੇ ਸੀ ਵਿਕਰਨ AC ਤੇ ਦੂਜਾ ਸਾਡੇ ਕੋਲੇ ਸੀ ਵਿਕਰਨ BD। ਤੇ ਇੱਥੇ ਸਾਨੂੰ ਇਹ ਦੱਸਿਆ ਗਿਆ ਹੈ ਕਿ ਸਮਾਂਤਰ ਚਤੁਰਭੁਜ ਦੇ ਵਿਕਰਣਾਂ ਦੀ ਲੰਬਾਈ ਸਮਾਨ ਨਹੀਂ ਹੁੰਦੀ, ਮਤਲਬ ਇਹ ਦੋਵੇਂ ਲੰਬਾਈ ਦੇ ਵਿੱਚ ਬਰਾਬਰ ਨਹੀਂ ਹੁੰਦੇ। ਅਸੀਂ ਇਸ ਗੱਲ ਨੂੰ ਯਾਦ ਰੱਖਣਾ ਹੈ। ਤਾਂ ਇਸ ਨੂੰ ਅਸੀਂ ਪ੍ਰੈਕਟੀਕਲ ਕਰਕੇ ਦੇਖਦੇ ਹਾਂ। ਅਸੀਂ ਵਿਕਰਨ AC ਲੈ ਲੈਂਦੇ ਹਾਂ ਤੇ ਫਿਰ ਵਿਕਰਨ BD ਲੈ ਲੈਂਦੇ ਹਾਂ। ਤੁਸੀਂ ਦੇਖੋ ਸਾਫ਼ ਪਤਾ ਲੱਗ ਰਿਹਾ ਹੈ ਕਿ ਵਿਕਰਨ AC ਜਿਹੜਾ ਸੀਗਾ ਇਹ ਵਿਕਰਨ BD ਤੋਂ ਵੱਡਾ ਹੈ, ਭਾਵ ਕਿ ਦੋਵੇਂ ਵਿਕਰਨ ਆਪਸ ਦੇ ਵਿੱਚ ਬਰਾਬਰ ਨਹੀਂ ਹਨ। ਅਸੀਂ ਇਸ ਪੁਆਇੰਟ ਨੂੰ ਕਲੀਅਰਲੀ ਯਾਦ ਰੱਖਣਾ ਹੈ ਤੇ ਇਸ ਨੂੰ ਅਸੀਂ ਸੰਕੇਤਕ ਰੂਪ ਦੇ ਵਿੱਚ ਲਿਖਦੇ ਹਾਂ ਕਿ AC ਬਰਾਬਰ ਨਹੀਂ ਹੈ BD ਦੇ। ਵਿਕਰਨ AC ਇਹ ਬਰਾਬਰ ਨਹੀਂ ਹੈ ਵਿਕਰਨ BD ਦੇ। ਫਿਰ ਸਮਾਂਤਰ ਚਤੁਰਭੁਜ ਦੇ ਵਿਕਰਣਾਂ ਦਾ ਇੱਕ ਹੋਰ ਗੁਣ ਹੁੰਦਾ ਹੈ ਕਿ ਸਮਾਂਤਰ ਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ। ਹੁਣ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ, ਇਹ ਸਾਨੂੰ ਕਿਵੇਂ ਪਤਾ ਲੱਗੇਗਾ? ਤੁਸੀਂ ਦੇਖੋ ਕਿ ਦੋਵੇਂ ਵਿਕਰਨ ਇੱਥੇ ਕੱਟਦੇ ਪਏ ਹਨ। ਇਸ ਨੂੰ ਅਸੀਂ ਬਿੰਦੂ O ਦਾ ਨਾਮ ਦੇ ਦਿੰਦੇ ਹਾਂ ਤੇ ਦੋਵੇਂ ਵਿਕਰਨ ਬਿੰਦੂ O ਤੇ ਕੱਟਦੇ ਹਨ। ਤਾਂ ਜਿਹੜਾ ਵਿਕਰਨ AC ਸਾਡੇ ਕੋਲੇ ਸੀਗਾ, ਵਿਕਰਨ AC, ਇਹ ਦੋ ਰੇਖਾ ਖੰਡਾਂ ਜਾਂ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ। ਇੱਕ ਭਾਗ ਹੈ A ਤੋਂ ਲੈ ਕੇ O ਤੱਕ ਤੇ ਦੂਜਾ ਭਾਗ ਹੈ O ਤੋਂ ਲੈ ਕੇ C ਤੱਕ। ਸਾਨੂੰ ਹੁਣ ਇੱਥੇ ਦੱਸਿਆ ਜਾ ਰਿਹਾ ਹੈ ਕਿ ਸਮਾਂਤਰ ਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ। ਸਮਦੁਭਾਜਿਤ ਦਾ ਮਤਲਬ ਹੋਇਆ ਸਮਾਨ ਦੋ ਭਾਗਾਂ ਵਿੱਚ ਵੰਡਣਾ। ਤਾਂ ਜਿਹੜੇ ਵਿਕਰਨ ਨੇ ਇਹ ਇੱਕ ਦੂਜੇ ਨੂੰ ਬਿੰਦੂ O ਤੇ ਕੱਟਦੇ ਹਨ, ਬਿੰਦੂ O ਦੇ ਉੱਤੇ ਕੱਟ ਰਹੇ ਹਨ ਨਾ। ਤਾਂ ਇਸ ਦਾ ਮਤਲਬ ਇਹ ਹੋਇਆ ਕਿ A ਤੋਂ ਲੈ ਕੇ O ਤੱਕ ਤੇ O ਤੋਂ ਲੈ ਕੇ C ਤੱਕ ਇਹ ਦੋ ਟੁਕੜੇ ਜਿਹੜੇ ਹਨ ਇਹ ਬਰਾਬਰ ਹੋਣੇ ਚਾਹੀਦੇ ਹਨ। ਆਓ ਇਸ ਨੂੰ ਚੈੱਕ ਕਰਕੇ ਦੇਖਦੇ ਹਾਂ। ਅਸੀਂ A ਤੋਂ O ਤੱਕ ਟੁਕੜਾ ਲਿਆ ਅਤੇ O ਤੋਂ C ਤੱਕ ਦਾ ਟੁਕੜਾ ਲਿਆ। ਇਹਨਾਂ ਦੋਵਾਂ ਨੂੰ ਅਸੀਂ ਮਿਲਾ ਕੇ ਦੇਖਦੇ ਹਾਂ। ਦੇਖੋ ਬਿਲਕੁਲ ਪੂਰਾ ਢੱਕ ਲਿਆ ਦੋਵਾਂ ਨੇ ਇੱਕ ਦੂਜੇ ਨੂੰ। ਇੱਥੋਂ ਸਾਨੂੰ ਇਹ ਪਤਾ ਲੱਗਿਆ ਕਿ AO ਬਰਾਬਰ ਹੈ OC ਦੇ। ਤਾਂ ਸਮਾਂਤਰ ਚਤੁਰਭੁਜ ਦੇ ਵਿੱਚ ਵਿਕਰਨ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ। ਤਾਂ ਜਿਹੜਾ ਵਿਕਰਨ AC ਹੈ ਇਸ ਦੇ ਜਿਹੜੇ ਦੋ ਭਾਗ ਹੋਏ ਸਨ A ਤੋਂ ਲੈ ਕੇ O ਤੱਕ ਤੇ O ਤੋਂ ਲੈ ਕੇ C ਤੱਕ, ਇਹ ਦੋਵੇਂ ਆਪਸ ਦੇ ਵਿੱਚ ਬਰਾਬਰ ਹੋਣਗੇ। ਇਸੇ ਤਰ੍ਹਾਂ ਹੀ ਜਿਹੜਾ ਦੂਜਾ ਵਿਕਰਨ ਹੈ ਇਹ ਵੀ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਇੱਕ ਭਾਗ ਹੈ B ਤੋਂ ਲੈ ਕੇ O ਤੱਕ BO ਅਤੇ ਦੂਜਾ ਭਾਗ ਹੈ O ਤੋਂ ਲੈ ਕੇ D ਤੱਕ DO। ਆਓ ਇਹਨਾਂ ਨੂੰ ਵੀ ਚੈੱਕ ਕਰਕੇ ਦੇਖਦੇ ਹਾਂ ਕਿ ਇਹਨਾਂ ਭਾਗਾਂ ਦੀ ਲੰਬਾਈ ਬਰਾਬਰ ਹੈ ਜਾਂ ਨਹੀਂ। ਅਸੀਂ B ਤੋਂ ਲੈ ਕੇ O ਤੱਕ ਲੈ ਲਿਆ ਤੇ O ਤੋਂ ਲੈ ਕੇ D ਤੱਕ ਭਾਗ ਲੈ ਲਿਆ। ਹੁਣ ਦੋਵੇਂ ਨੂੰ ਮਿਲਾ ਕੇ ਦੇਖੋ ਇੱਕ ਦੂਜੇ ਨੂੰ ਬਿਲਕੁਲ ਪੂਰਾ ਢੱਕ ਰਹੇ ਹਨ। ਤਾਂ ਇਹਦਾ ਮਤਲਬ ਹੋਇਆ ਕਿ BO ਬਰਾਬਰ ਹੋਏਗਾ OD ਦੇ। ਚਲੋ ਹੁਣ ਇੱਕ ਵਾਰੀ ਰਿਵਾਈਜ਼ ਕਰ ਲੈਂਦੇ ਹਾਂ ਕਿ ਅਸੀਂ ਸਮਾਂਤਰ ਚਤੁਰਭੁਜ ਦੇ ਗੁਣਾਂ ਬਾਰੇ ਕੀ ਸਿੱਖ ਲਿਆ ਹੈ। ਅਸੀਂ ਸਿੱਖਿਆ ਕਿ ਸਮਾਂਤਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਹਨ, ਭਾਵ ਭੁਜਾ AB ਇਹ ਬਰਾਬਰ ਹੋਏਗੀ CD ਦੇ ਅਤੇ ਭੁਜਾ AD ਇਹ ਬਰਾਬਰ ਹੋਏਗੀ ਭੁਜਾ BC ਦੇ। ਫਿਰ ਅਸੀਂ ਸਿੱਖਿਆ ਕਿ ਸਮਾਂਤਰ ਚਤੁਰਭੁਜ ਦੇ ਸਨਮੁਖ ਕੋਣ ਬਰਾਬਰ ਹੁੰਦੇ ਹਨ ਅਤੇ ਲਾਗਵੇਂ ਕੋਣ ਸੰਪੂਰਕ ਹੁੰਦੇ ਹਨ। ਸੰਪੂਰਕ ਦਾ ਮਤਲਬ ਹੋਇਆ ਕਿ ਜੇ ਅਸੀਂ ਲਾਗਵੇਂ ਕੋਣਾਂ ਨੂੰ ਜੋੜੀਏ ਤਾਂ ਸਾਡੇ ਕੋਲ 180 ਡਿਗਰੀ ਦਾ ਕੋਣ ਪ੍ਰਾਪਤ ਹੋਏਗਾ। ਇੱਥੇ ਤੁਸੀਂ ਕਲਰ ਕੋਡ ਨਾਲ ਵੀ ਯਾਦ ਰੱਖ ਸਕਦੇ ਹੋ। ਜਿਹੜੇ ਯੈਲੋ ਕਲਰ ਦੇ ਕੋਣ ਹਨ ਇਹ ਆਪਸ ਦੇ ਵਿੱਚ ਬਰਾਬਰ ਹਨ ਤੇ ਜਿਹੜੇ ਬਲੂ ਕਲਰ ਦੇ ਕੋਣ ਹਨ ਇਹ ਆਪਸ ਦੇ ਵਿੱਚ ਬਰਾਬਰ ਹਨ। ਇਹ ਸਨਮੁਖ ਕੋਣ ਹਨ ਤੇ ਇੱਕ ਯੈਲੋ ਤੇ ਇੱਕ ਬਲੂ, ਇਹ ਜਿਹੜੇ ਕੋਣ ਹਨ ਉਹ ਹਮੇਸ਼ਾ ਲਾਗਵੇਂ ਕੋਣ ਬਣਾਉਣਗੇ। ਇਸ ਡਾਇਗਰਾਮ ਨੂੰ ਜੇ ਤੁਸੀਂ ਆਪਣੇ ਦਿਮਾਗ ਦੇ ਵਿੱਚ ਰੱਖ ਲਓਗੇ ਤਾਂ ਤੁਹਾਨੂੰ ਯਾਦ ਰੱਖਣਾ ਬੜਾ ਆਸਾਨ ਹੋ ਜਾਏਗਾ ਕਿ ਨੀਲਾ ਰੰਗ ਦਾ ਕੋਣ ਜਿਹੜਾ ਹੈ ਉਹ ਨੀਲੇ ਰੰਗ ਦੇ ਕੋਣ ਦੇ ਬਰਾਬਰ ਹੈ, ਪੀਲੇ ਰੰਗ ਵਾਲਾ ਕੋਣ ਪੀਲੇ ਰੰਗ ਵਾਲੇ ਕੋਣ ਦੇ ਬਰਾਬਰ ਹੈ ਅਤੇ ਇੱਕ ਨੀਲਾ ਤੇ ਇੱਕ ਪੀਲਾ ਕੋਣ ਜੇ ਅਸੀਂ ਲਈਏ ਤਾਂ ਉਹਨਾਂ ਦਾ ਜੋੜ ਅਸੀਂ ਕਰਾਂਗੇ ਤਾਂ ਸਾਡੇ ਕੋਲੇ 180 ਡਿਗਰੀ ਆਏਗਾ। ਫਿਰ ਅਗਲੀ ਗੱਲ ਅਸੀਂ ਸਿੱਖੀ ਕਿ ਸਮਾਂਤਰ ਚਤੁਰਭੁਜ ਦੇ ਵਿਕਰਣਾਂ ਦੀ ਲੰਬਾਈ ਸਮਾਨ
ਨਹੀਂ ਹੁੰਦੇ। ਭਾਵ ਇਹ ਕਿ AC ਬਰਾਬਰ ਨਹੀਂ ਹੋਏਗਾ BD ਦੇ। ਤੇ ਅੰਤ ਵਿੱਚ ਅਸੀਂ ਸਿੱਖਿਆ ਕਿ ਸਮਾਂਤਰ ਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ। ਭਾਵ A ਤੋਂ ਲੈ ਕੇ O ਤੱਕ ਤੇ O ਤੋਂ ਲੈ ਕੇ C ਤੱਕ ਲੰਬਾਈ ਬਰਾਬਰ ਹੋਏਗੀ ਤੇ ਇਸੇ ਤਰ੍ਹਾਂ ਹੀ B ਤੋਂ ਲੈ ਕੇ O ਤੱਕ ਤੇ O ਤੋਂ ਲੈ ਕੇ D ਤੱਕ ਵਿਕਰਨ ਦੇ ਜਿਹੜੇ ਦੋ ਭਾਗ ਹਨ ਇਹ ਵੀ ਆਪਸ ਦੇ ਵਿੱਚ ਬਰਾਬਰ ਹੋਣਗੇ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਹੁਣ ਸਮਾਂਤਰ ਚਤੁਰਭੁਜ ਨੂੰ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਤੇ ਹੁਣ ਇਸ ਤੋਂ ਬਾਅਦ ਅਸੀਂ ਅਭਿਆਸ 3.3 ਦੇ ਜਿਹੜੇ ਸਮਾਂਤਰ ਚਤੁਰਭੁਜਾਂ ਦੇ ਨਾਲ ਸੰਬੰਧਿਤ ਪ੍ਰਸ਼ਨ ਹਨ ਅਗਲੇ ਵੀਡੀਓ ਦੇ ਵਿੱਚ ਉਹਨਾਂ ਬਾਰੇ ਸਮਝਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।